मैं दसदा कि डॉक्टर साहब दा बड़ा वड्डा काम है कि जिहड़े डैड बॉडीज़ हुंदियां ने उन्हां दियां अक्खां जिहड़ियां ने ये ट्रांसप्लांट करदे ने जिन्हां लोकां नूं अक्खां दी ज़रूरत हुंदी है तो उहदे लई इन्हां नूं धन्नवाद जिहड़ा है वो इंडियन गवर्नमेंट वालों भारत सरकार वालों इन्हां नूं ऑनर भी कीता गया। जदों आम आदमी पार्टी कहती है कि बाकी पार्टियां परिवारवाद का दोष लांदियां ਉਹ ਤੁਹਾਨੂੰ नहीं लगता ਸੀਗਾ कि परिवारवाद ਦਾ ਤੁਹਾਡੇ ਤੇ ਵੀ ਲੱਗੇਗਾ कि ਉਹਨਾਂ ਦੀ ਡਾਟਰ ਹੈ ਤਾਂ ਕਰਕੇ ਟਿਕਟ ਦਿੱਤੀ ਗਈ। ਪਰ ਲੋਕਾਂ ਨੂੰ ਇਹ ਵੀ ਪਤਾ ਸੀ ਕਿਉਂਕਿ ਲੋਕ ਮੈਨੂੰ ਕਹਿੰਦੇ ਸੀ ਕਿ ਆਓ ਇਸ ਸਿਸਟਮ 'ਚ ਤਾਂ ਮੈਂ ਬਹੁਤ ਵਾਰ ਮਨਾ ਕਰਦੀ ਰਹੀ ਸੀ। ਲੋਕਾਂ ਨੂੰ ਪਤਾ ਸੀ। 1000 ਰੁਪਇਆ ਉਹਨਾਂ ਨੇ ਕਿਹਾ ਕਿ ਇੱਥੇ ਔਰਤਾਂ ਨੂੰ ਦਿੱਤਾ ਜਾਏਗਾ। ਉਹ ਸੇਮ ਚੀਜ਼ਾਂ ਦਿੱਲੀ 'ਚ ਕਿਉਂ ਨਹੀਂ ਇੰਪਲੀਮੈਂਟ ਹੋਈਆਂ? ਇਸ ਤਰ੍ਹਾਂ ਹੁੰਦਾ ਮੈਮ ਕਿ ਕਈ ਵਾਰੀ ਅਸੀਂ ਇੱਕ ਜਗ੍ਹਾ 'ਤੇ ਕਿਉਂਕਿ ਪਾਰਟੀ ਨਵੀਂ ਹੈ ਤਾਂ ਪੋਲਿਸੀਜ਼ ਕਈ ਵਾਰੀ ਇੱਕ ਜਗ੍ਹਾ 'ਤੇ ਜਿਹੜੀਆਂ ਲਾਗੂ ਹੁੰਦੀਆਂ ਨੇ ਉਹ ਸ਼ਾਇਦ ਇੱਥੇ ਨਾ ਹੋਈਆਂ ਹੋਣ ਤੇ ਜਦੋਂ ਦੂਜੀ ਸਟੇਟ ਤੋਂ ਸ਼ੁਰੂ ਕਰਦੇ ਜੇ ਇੱਥੇ ਅਸੀਂ ਸਕਸੈਸਫੁਲ ਹੁੰਦੇ ਆ ਤਾਂ ਇਹ ਪੋਲਿਸੀ ਦਿੱਲੀ ਵਿੱਚ ਵੀ ਲਿਆਂਦੀ ਜਾਵੇਗੀ। ਤੁਸੀਂ ਐਜ਼ ਅ ਡਾਕਟਰ ਇਸ ਚੀਜ਼ ਨਾਲ ਸਹਿਮਤ ਹੋ ਕਿ 1000 ਰੁਪਏ ਨਾਲ ਕੋਈ ਵੀ ਔਰਤ ਵੀ ਦੁੱਧ ਦੇ ਨਾਲ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਸਕਦੀ ਹੈ? ਤੇ ਅਗਰ ਇੱਕ ਔਰਤ ਨੂੰ ਆਪਾਂ ਇੰਨੇ ਕੁ ਪੈਸੇ ਦੇ ਦਾਂਗੇ ਕਮ ਸੇ ਕਮ ਆਪਣੇ ਬੱਚਿਆਂ ਨੂੰ ਦੁੱਧ ਤਾਂ ਪਿਲਾ ਲੇਗੀ। ਹਰ ਵਰਗ ਦੀ ਔਰਤ ਨੂੰ ਦੇਖਣਾ ਚਾਹੀਦਾ। ਫ੍ਰੀ ਬਿਜਲੀ ਫ੍ਰੀ ਅਗਲਾ ਕਹਿੰਦਾ ਮੈਂ ਫ੍ਰੀ ਆ ਕਰ ਦੇਵਾਂਗਾ। ਇੱਕ ਕੰਪੀਟੀਸ਼ਨ ਲੱਗਿਆ ਹੋਇਆ ਸਾਰੀਆਂ ਪਾਰਟੀਆਂ 'ਚ ਵੀ ਵੱਧ ਤੋਂ ਵੱਧ ਫ੍ਰੀ ਕੌਣ ਦਿੰਦਾ। ਕਿ ਜਦੋਂ ਅਸੀਂ ਫ੍ਰੀ ਦਾ ਕਨਸੈਪਟ ਲਿਆਉਂਦੇ ਆ ਤਾਂ ਉਹਦੇ ਵਿੱਚ ਇੱਕ ਸਾਇੰਟੀਫਿਕ ਸੋਚ ਵੀ ਹੋਣੀ ਚਾਹੀਦੀ ਹੈ। ਜਿਵੇਂ ਆਪਾਂ 300 ਯੂਨਿਟ ਬਿਜਲੀ ਫ੍ਰੀ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਬਿਜਲੀ ਚੋਰੀ ਕਰਦੇ ਨੇ ਤਾਂ ਉਹਨਾਂ ਨੂੰ ਅਗਰ ਆਪਾਂ 300 ਯੂਨਿਟ ਬਿਜਲੀ ਫ੍ਰੀ ਦਿੰਦੇ ਹਾਂ ਤਾਂ ਕਮ ਸੇ ਕਮ ਉਹ ਮੀਟਰ ਤਾਂ ਲਗਵਾ ਲੈਣਗੇ। ਜਦੋਂ ਅਸੀਂ ਪੰਜਾਬ ਦੇ ਵਿੱਚ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਵੀ ਬਹੁਤ ਸਾਰੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਬਣਾਉਣ 'ਚ ਇੱਕ ਵੱਡੀ ਹਿੱਸੇਦਾਰੀ ਕੀਤੀ ਅਤੇ ਉਹਨਾਂ ਨੂੰ ਉਹੋ ਜਿਹੀ ਰਿਪਰੈਜ਼ੈਂਟੇਸ਼ਨ ਮਿਨਿਸਟਰੀ 'ਚ ਕਿਉਂ ਨਹੀਂ ਦਿੱਤੀ ਗਈ? ਹੋ ਸਕਦਾ ਮੈਮ ਕਿ ਆਪਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਖਟਕਦੀ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਸਲੀ ਜਿਹੜਾ ਰੈਵੋਲੂਸ਼ਨ ਹੈ ਇਹ ਹੁਣ ਸ਼ੁਰੂ ਹੋਇਆ। ਵਾਰੇ ਹੁੰਦਾ ਕਿ ਵਿਧਾਇਕ ਜਿੱਤ ਵੀ ਜਾਂਦਾ ਪਰ ਸਰਕਾਰ 'ਚ ਉਹਦੀ ਸੁਣੀ ਨਹੀਂ ਜਾਂਦੀ। ਉਹਨਾਂ ਦੇ ਲੋਕ ਉਹ ਕਹਿੰਦੇ ਜੀ ਜੋ ਸੋਚ ਕੇ ਮੈਂ ਆਇਆ ਸੀਗਾ ਉਸ ਨੁਮਾਇੰਦਗੀ ਨਾਲ ਕੰਮ ਨਹੀਂ ਹੁੰਦੇ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ ਪਰ ਉਹਨੂੰ ਸੁਣਾਉਣ ਲਈ ਐਫਰਟਸ ਕਰਨੀਆਂ ਚਾਹੀਦੀਆਂ ਬਾਰ-ਬਾਰ ਕਰਨੀਆਂ ਚਾਹੀਦੀਆਂ ਕਿਉਂਕਿ ਜਦੋਂ ਅਸੀਂ ਲੋਕਾਂ ਲਈ ਕੰਮ ਕਰਨ ਆਏ ਆ ਤਾਂ ਫਿਰ ਉਸ ਮਿਸ਼ਨ 'ਤੇ ਕਾਇਮ ਰਹਿਣਾ ਚਾਹੀਦਾ। ਆਪਣੇ ਨਿੱਜੀ ਹਿੱਤਾਂ ਨੂੰ ਰੱਖ ਕੇ ਆਪਾਂ ਨਹੀਂ ਕਹਿ ਸਕਦੇ ਕਿ ਸਾਡੀ ਗੱਲ ਨਹੀਂ ਸੁਣੀ ਗਈ। ਜ਼ਿੰਦਗੀ ਦੇ ਰਸਤਿਆਂ 'ਚ ਚੱਲਦੇ ਹੋਏ ਕਈ ਵਾਰੀ ਬਹੁਤ ਔਖੇ ਪੈਂਡੇ ਤੈਅ ਕਰਨੇ ਪੈਂਦੇ ਨੇ ਅਤੇ ਕਈ ਵਾਰੀ ਉਹ ਔਖੇ ਪੈਂਡੇ ਤੁਸੀਂ ਆਪ ਚੁਣਦੇ ਹੋ ਕਿਉਂਕਿ ਜੋ ਲੋਕ ਮੰਜ਼ਿਲਾਂ ਦੇ ਸਿਕੰਦਰ ਬਣਦੇ ਨੇ ਉਹਨਾਂ ਦੇ ਵਿੱਚ ਹੌਸਲਾ ਅਤੇ ਜਨੂੰਨ ਕੁਝ ਵੱਖਰੀ ਤਰ੍ਹਾਂ ਦਾ ਹੁੰਦਾ। ਸ਼ਾਮਾਂ ਦੀਆਂ ਖੁਸ਼ਾਮਦਾਂ ਕਰਦੇ ਨਹੀਂ ਹੁਨਰਮੰਦ ਅਤੇ ਸ਼ੀਸ਼ੇ ਨਹੀਂ ਸਿਕੰਦਰਾਂ ਦੇ ਐਬ ਗੱਜਦੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਤਿੰਦਰ ਸੱਤੀ 101 ਵਿਦ ਸਤਿੰਦਰ ਸੱਤੀ ਔਰ ਅੱਜ ਮੇਰੇ ਨਾਲ ਨੇ ਮਲੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾਕਟਰ ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਬਲਜੀਤ ਜੀ। ਸਤਿ ਸ਼੍ਰੀ ਅਕਾਲ ਮੈਮ। ਬਲਜੀਤ ਜੀ ਕਿਵੇਂ ਚੱਲ ਰਹੀ ਕੈਂਪੇਨਿੰਗ? ਮੈਮ ਆਪਣੇ ਵੱਲੋਂ ਤਾਂ ਅਸੀਂ ਕਾਫੀ ਮਿਹਨਤ ਕਰ ਰਹੇ ਹਾਂ ਬਾਕੀ ਲੋਕਾਂ ਦੀ ਆਬਜ਼ਰਵੇਸ਼ਨ ਹੈ ਕਿਉਂਕਿ ਕਿਸ ਤਰ੍ਹਾਂ ਦੇਖ ਰਹੇ ਨੇ ਅੱਛਾ ਲੱਗ ਰਿਹਾ। ਇੱਕ ਡਾਕਟਰ ਦਾ ਪੇਸ਼ਾ ਜਿਹੜਾ ਬੜਾ ਵੱਖਰਾ ਪੇਸ਼ਾ ਹੈ ਵੀ ਹਰ ਬੰਦਾ ਤੁਹਾਨੂੰ ਹੱਥ ਜੋੜਦਾ ਹੈ, ਹਰ ਬੰਦਾ ਤੁਹਾਡਾ ਹੱਥ ਫੜ ਕੇ ਕਹਿੰਦਾ ਵੀ ਡਾਕਟਰ ਸਾਹਿਬ ਤੁਸੀਂ ਮੇਰੇ ਲਈ ਰੱਬ ਹੋ। ਜਿਹੜਾ ਰਾਜਨੀਤੀ ਦਾ ਪੇਸ਼ਾ ਉਹਦੇ 'ਚ ਤੁਹਾਨੂੰ ਹੱਥ ਜੋੜਨੇ ਪੈਂਦੇ ਨੇ ਕਿ ਸਾਨੂੰ ਵੋਟ ਪਾਇਓ। ਬਿਲਕੁਲ ਆਪੋਜ਼ਿਟ ਪ੍ਰੋਫੈਸ਼ਨ ਨੇ ਅਤੇ ਤੁਹਾਨੂੰ ਕਿਵੇਂ ਲੱਗਾ ਕਿ ਇੱਕ ਡਾਕਟਰ ਤੋਂ ਇੱਕ ਰਾਜਨੀਤੀ 'ਚ ਆਉਣਾ? ਦੇਖੋ ਮੈਮ ਡਾਕਟਰ ਦਾ ਪ੍ਰੋਫੈਸ਼ਨ ਇੱਕ ਬਹੁਤ ਸੈਂਸਿਟਿਵ ਪ੍ਰੋਫੈਸ਼ਨ ਹੁੰਦਾ ਜਿਸ ਵਿੱਚ ਕਿ ਅਸੀਂ ਲੋਕਾਂ ਨਾਲ ਬਹੁਤ ਸਮਝਦਾਰੀ ਨਾਲ ਪੇਸ਼ ਆਉਣਾ ਬਹੁਤ ਇੱਕ ਸੈਂਸਿਟਿਵ ਵੇ ਆਊਟ ਨਾਲ ਸਾਨੂੰ ਇੰਟਰੈਕਟ ਕਰਨਾ ਪੈਂਦਾ। ਪਰ ਜਦੋਂ ਅਸੀਂ ਰਾਜਨੀਤੀ ਦਾ ਦੇਖੀਏ ਮਾਹੌਲ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਡਾਕਟਰੀ ਪ੍ਰੋਫੈਸ਼ਨ ਨਾਲੋਂ ਅਲੱਗ ਤਰ੍ਹਾਂ ਦਾ ਮਾਹੌਲ ਮਿਲਦਾ। ਪਰ ਜਿਵੇਂ ਮੈਂ ਵੀ ਵਿਦਆਊਟ ਪ੍ਰੈਪਰੇਸ਼ਨ ਹੀ ਆਈ ਸੀ ਪਰ ਜਿਸ ਤਰ੍ਹਾਂ ਲੋਕਾਂ ਦਾ ਰਿਐਕਸ਼ਨ ਮੇਰੇ ਵੱਲ ਕਿਉਂਕਿ ਮੈਂ ਪਹਿਲਾਂ ਵੀ ਲੋਕਾਂ ਵਿੱਚ ਬਹੁਤ ਵਿਚਰਦੀ ਸੀ ਤਾਂ ਲੋਕਾਂ ਦਾ ਜਿਵੇਂ ਪਿਆਰ ਮਿਲ ਰਿਹਾ ਤਾਂ ਮੈਨੂੰ ਲੱਗਦਾ ਕਿ ਮੈਂ ਥੋੜ੍ਹਾ ਉਸ ਪ੍ਰੋਫੈਸ਼ਨ 'ਚ ਢਲ ਰਹੀ ਹਾਂ। ਆਪਣੇ ਮੁਤਾਬਕ ਉਹ ਰਾਜਨੀਤੀ ਦੇ ਪ੍ਰੋਫੈਸ਼ਨ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੀ ਹਾਂ।
ਤੁਹਾਡੇ ਫਾਦਰ ਸਾਹਿਬ ਡਾਕਟਰ ਸਾਧੂ ਸਿੰਘ ਜੀ, ਉਹ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਅਤੇ ਤੁਹਾਨੂੰ MLA ਦਾ ਉਮੀਦਵਾਰ ਆਮ ਆਦਮੀ ਪਾਰਟੀ ਨੇ ਬਣਾਇਆ। ਸੋ ਆਮ ਆਦਮੀ ਪਾਰਟੀ ਤੁਹਾਡੇ ਲਈ ਨਵੀਂ ਪਾਰਟੀ ਨਹੀਂ ਹੈ। ਕਿੰਨਾ ਕੁ ਲੱਗਦਾ ਕਿ ਵੀ ਫਾਦਰ ਨੂੰ ਦੇਖ ਕੇ ਤੇ ਉਸ ਤੋਂ ਬਾਅਦ ਖੁਦ ਕੰਟੈਸਟ ਕਰਨਾ ਔਰ ਆਮ ਆਦਮੀ ਪਾਰਟੀ ਨਾਲ ਐਸੋਸੀਏਸ਼ਨ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਦੋਂ ਮੇਰੇ ਫਾਦਰ ਪੋਲੀਟਿਕਸ ਵਿੱਚ ਗਏ ਸੀ ਤਾਂ ਉਸ ਸਮੇਂ ਦੌਰਾਨ ਤਾਂ ਮੈਂ ਸਾਇਲੈਂਟ ਹੀ ਰਹੀ ਸੀ। ਮਤਲਬ ਜ਼ਿਆਦਾਤਰ ਮੈਂ ਆਪਣੇ ਪ੍ਰੋਫੈਸ਼ਨ ਨਾਲ ਹੀ ਜੁੜੀ ਰਹੀ, ਕੋਈ ਪੋਲੀਟੀਕਲ ਇੰਟਰੈਕਸ਼ਨ ਮੇਰੀ ਇੰਨੀ ਨਹੀਂ ਸੀ। ਪਰ ਐਕਚੁਅਲੀ ਮੈਂ ਜਦੋਂ ਕੰਮ ਕੀਤਾ ਮੁਕਤਸਰ ਹਲਕੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੇਰਾ ਸੋਸ਼ਲ ਵਰਕ ਬਹੁਤ ਸੀ। ਮਤਲਬ ਮੈਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਜਾ ਕੇ ਆਏ ਕੈਂਪਸ ਵਗੈਰਾ ਲਗਾਉਂਦੀ ਸੀ ਅਤੇ ਸਰਕਾਰ ਵੱਲੋਂ ਮੈਨੂੰ 3 ਵਾਰ ਅਵਾਰਡ ਵੀ ਦਿੱਤਾ ਗਿਆ। ਤਾਂ ਉਹਦੇ ਕਰਕੇ ਮਤਲਬ ਪਾਰਟੀ ਵੱਲੋਂ ਹੀ ਇਹ ਪ੍ਰਪੋਜ਼ਲ ਸੀ ਕਿ ਤੁਸੀਂ ਇਸ ਸੇਵਾ ਨੂੰ ਹੁਣ ਇੱਕ ਤਰ੍ਹਾਂ ਹੋਰ ਤਰ੍ਹਾਂ ਦੀ ਸੇਵਾ ਵਿੱਚ ਬਦਲ ਦਿਓ ਕਿ ਲੋਕਾਂ ਦੇ ਸਿਰਫ ਅੱਖਾਂ ਦੀ ਇਲਾਜ ਹੀ ਨਹੀਂ, ਲੋਕਾਂ ਨੂੰ ਹੋਰ ਸੇਵਾਵਾਂ ਵੀ ਦਿਓ। ਤਾਂ ਉਹ ਮੈਂ ਫਿਰ ਇਸ ਤਰ੍ਹਾਂ ਮਨ ਬਣਾ ਲਿਆ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਬਾਕੀ ਪਾਰਟੀਆਂ ਪਰਿਵਾਰਵਾਦ ਦਾ ਦੋਸ਼ ਲਾਉਂਦੀਆਂ, ਉਹ ਤੁਹਾਨੂੰ ਨਹੀਂ ਲੱਗਦਾ ਸੀਗਾ ਕਿ ਪਰਿਵਾਰਵਾਦ ਦਾ ਤੁਹਾਡੇ 'ਤੇ ਵੀ ਲੱਗੇਗਾ ਕਿ ਉਹਨਾਂ ਦੀ ਡਾਟਰ ਹੈ ਤਾਂ ਕਰਕੇ ਟਿਕਟ ਦਿੱਤੀ ਗਈ? ਹਾਂਜੀ, ਜਿਵੇਂ ਲੋਕਾਂ 'ਚ ਧਾਰਨਾ ਬਣੀ ਹੋਈ ਹੈ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਹੈ, ਤਾਂ ਮੈਨੂੰ ਲੱਗਦਾ ਸੀ ਕਿ ਲੋਕ ਇਹੀ ਸੋਚਣਗੇ ਕਿ ਸ਼ਾਇਦ ਇਹ ਪਰਿਵਾਰਵਾਦ ਹੀ ਹੈ। ਪਰ ਲੋਕਾਂ ਨੂੰ ਇਹ ਵੀ ਪਤਾ ਸੀ, ਕਿਉਂਕਿ ਲੋਕ ਮੈਨੂੰ ਕਹਿੰਦੇ ਸੀ ਕਿ ਆਓ ਇਸ ਸਿਸਟਮ 'ਚ, ਤਾਂ ਮੈਂ ਬਹੁਤ ਵਾਰ ਮਨਾ ਕਰਦੀ ਰਹੀ ਸੀ। ਲੋਕਾਂ ਨੂੰ ਇਹ ਪਤਾ ਸੀ। ਮੈਂ ਦੱਸਦਾ ਕਿ ਡਾਕਟਰ ਸਾਹਿਬ ਦਾ ਬੜਾ ਵੱਡਾ ਕੰਮ ਹੈ ਕਿ ਜਿਹੜੇ ਡੈਡ ਬੋਡੀਜ਼ ਹੁੰਦੀਆਂ ਨੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਇਹ ਟਰਾਂਸਪਲਾਂਟ ਕਰਦੇ ਨੇ, ਜਿਨ੍ਹਾਂ ਲੋਕਾਂ ਨੂੰ ਅੱਖਾਂ ਦੀ ਜ਼ਰੂਰਤ ਹੁੰਦੀ ਹੈ। ਅਤੇ ਉਹਦੇ ਲਈ ਇਹਨਾਂ ਨੂੰ 3 ਵਾਰ ਜਿਹੜਾ ਹੈ ਉਹ ਇੰਡੀਅਨ ਗਵਰਨਮੈਂਟ ਵੱਲੋਂ, ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਆਨਰ ਵੀ ਕੀਤਾ ਗਿਆ। ਇੱਕ ਉਹ ਕੰਮ ਬੜਾ ਸਹਿਜਤਾ ਵਾਲਾ ਕੰਮ ਹੈ, ਬੜਾ ਦਿਲ ਨੂੰ ਸਕੂਨ ਦੇਣ ਵਾਲਾ ਕੰਮ ਹੈ ਅਤੇ ਡਾਕਟਰ ਦਾ ਸੁਭਾਅ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਇਹ ਕੰਮ ਬੜਾ ਔਖਾ, ਖਾਸ ਤੌਰ 'ਤੇ ਕੈਂਪੇਨਿੰਗ, ਜਦੋਂ ਸਵੇਰੇ ਤੁਸੀਂ 6-7 ਵਜੇ ਨਿਕਲਦੇ ਹੋ, ਰਾਤ ਦੇ 12-2 ਵਜੇ ਤੱਕ ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਔਰ ਕੋਈ ਇੱਧਰੋਂ ਖਿੱਚ ਰਿਹਾ ਹੁੰਦਾ, ਕੋਈ ਉੱਧਰੋਂ ਖਿੱਚ ਰਿਹਾ ਹੁੰਦਾ। ਉਹਦੇ 'ਚ ਲੱਗਦਾ ਕਦੀ ਕਦੀ ਵੀ ਪੰਗਾ ਹੀ ਲੈ ਹਾਂਜੀ, ਜਦੋਂ ਸ਼ੁਰੂਆਤ ਹੋਈ ਸੀ ਤਾਂ ਇੱਕਦਮ ਬਹੁਤ ਅਲੱਗ ਤਰ੍ਹਾਂ ਦਾ ਲੱਗਦਾ ਸੀ। ਬਹੁਤ ਹਾਰਸ਼ ਜਿਹਾ ਸਿਸਟਮ ਹੈ ਨਾ, ਕਿ ਬਹੁਤ ਧੱਕੇ ਜਿਹੇ ਵਾਲਾ। ਤਾਂ ਹੌਲੀ ਹੌਲੀ ਜਿਵੇਂ ਲੋਕਾਂ ਨੂੰ ਸਮਝਣ ਲੱਗ ਗਏ ਕਿ ਲੋਕ ਕੀ ਚਾਹੁੰਦੇ ਨੇ, ਲੋਕ ਚਾਹੁੰਦੇ ਨੇ ਇੰਟਰੈਕਸ਼ਨ, ਕਿ ਲੋਕਾਂ ਨਾਲ ਵੱਧ ਤੋਂ ਵੱਧ ਇੰਟਰੈਕਸ਼ਨ ਹੋਵੇ। ਤਾਂ ਉਹਨਾਂ ਨੂੰ ਇਹ ਵੀ ਹੁੰਦਾ ਕਿ ਚਾਹੇ ਰਾਤ ਤੱਕ ਲੱਗੇ ਰਹੋ, ਸਾਨੂੰ ਮਿਲੋ। ਤਾਂ ਇੱਕ ਵਾਰੀ ਲੱਗਦਾ ਕਿ ਸ਼ਾਇਦ ਇਹ ਕੋਈ ਨਵਾਂ ਐਡਵੈਂਚਰ ਹੈ। ਬਹੁਤ ਘੱਟ ਕੁੜੀਆਂ ਨੇ ਰਾਜਨੀਤੀ ਦੇ ਵਿੱਚ। ਮੈਨੂੰ ਲੱਗਦਾ ਕਿ ਇਹਦੇ ਟਫ ਵਰਕਿੰਗ ਆਵਰਸ ਜਿਹੜੇ ਨੇ ਇਹ ਵੀ ਇੱਕ ਕਾਰਨ ਹੈ, ਜਾਂ ਫਿਰ ਕੁੜੀਆਂ ਨੂੰ ਉਹਨਾਂ ਸਮਰੱਥ ਨਹੀਂ ਮੰਨਿਆ ਜਾਂਦਾ। ਪਰ ਆਮ ਆਦਮੀ ਪਾਰਟੀ ਨੇ ਕਾਫੀ ਕੁੜੀਆਂ ਨੂੰ ਟਿਕਟਾਂ ਦਿੱਤੀਆਂ ਨੇ, ਜਿਨ੍ਹਾਂ ਵਿੱਚ ਤੁਹਾਡੀ ਹੈ ਨਾ ਕੈਪੇਬਿਲਿਟੀ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਤੁਹਾਨੂੰ ਕੀ ਲੱਗਦਾ ਕਿ ਰਾਜਨੀਤੀ ਵਿੱਚ ਹੋਰ ਕੁੜੀਆਂ ਦਾ ਇਸ ਵਾਰ ਆਉਣਾ ਜ਼ਰੂਰੀ ਨਹੀਂ ਸੀ, ਕਿਉਂਕਿ ਜਦੋਂ ਇੰਨੀ ਵੱਡੀ ਤਾਦਾਦ 'ਚ ਵਿਮਨ ਵੋਟਰ ਸਾਡੇ ਕੋਲ ਪੰਜਾਬ ਦੇ ਵਿੱਚ ਹੈ? ਹਾਂਜੀ, ਬਿਲਕੁਲ। ਮੈਂ ਇਹ ਸੋਚਦੀ ਹਾਂ ਕਿ ਕੁੜੀਆਂ ਨੂੰ ਆਉਣਾ ਚਾਹੀਦਾ ਰਾਜਨੀਤੀ ਵਿੱਚ, ਕਿਉਂਕਿ ਜਿੰਨਾ ਅਸੀਂ ਵੂਮਨ ਪਾਵਰ ਜਿਹੜੀ ਸਾਇਲੈਂਟ ਰਹੇਗੀ, ਓਨਾ ਹੀ ਉਹ ਆਪਦੇ ਹੱਕਾਂ ਲਈ ਲੜ ਨਹੀਂ ਸਕੇਗੀ। ਮੇਰਾ ਇਹ ਵਿਚਾਰ ਹੈ। ਸੋ ਥੋੜ੍ਹਾ ਜਿਹਾ ਤਕੜੇ ਹੋਣਾ ਚਾਹੀਦਾ, ਕੋਈ ਇਹੋ ਜਿਹੀ ਗੱਲ ਨਹੀਂ। ਜੇ ਆਪਾਂ ਹੋਰ ਪ੍ਰੋਫੈਸ਼ਨਸ ਦੇ ਵਿੱਚ ਮੇਲ ਜਿਹੜੇ ਡੋਮੀਨੇਟ ਨਹੀਂ ਹੋਣ ਦੇ ਰਹੇ, ਜਿਵੇਂ ਮੈਂ ਆਪਣੀ ਐਗਜ਼ਾਮਪਲ ਲੈ ਲਵਾਂ ਕਿ ਮੈਂ ਆਪਣੇ ਪ੍ਰੋਫੈਸ਼ਨ ਵਿੱਚ ਲਗਾਤਾਰ 8 ਸਾਲ ਸਭ ਤੋਂ ਅੱਗੇ ਰਹੀ ਹਾਂ, ਤਾਂ ਫਿਰ ਆਪਾਂ ਪੋਲੀਟੀਕਲ ਪ੍ਰੋਫੈਸ਼ਨ ਵਿੱਚ ਵੀ ਕਿਉਂ ਪਿੱਛੇ ਰਹੀਏ? ਆਉਣਾ ਚਾਹੀਦਾ ਮੇਰੇ ਖਿਆਲ ਵਿੱਚ। ਆਮ ਆਦਮੀ ਪਾਰਟੀ ਹੀ ਕਿਉਂ? ਮੇਰਾ ਬੜਾ ਸਵਾਲ ਹੁੰਦਾ ਇਹ ਕਿ ਇਸ ਪਾਰਟੀ ਨੂੰ, ਕਿਸੇ ਵੀ ਪਾਰਟੀ ਨੂੰ ਅਸੀਂ ਚੂਜ਼ ਕਰਦੇ ਹਾਂ ਤਾਂ ਉਹਦਾ ਕੋਈ ਖਾਸ ਪੈਰਾਮੀਟਰ ਹੈ ਕਿ ਤੁਸੀਂ ਆਪਣੇ ਫਾਦਰ ਸਾਹਿਬ ਦੀ ਕਹਿਣ ਦੇ ਉੱਤੇ ਕੀਤਾ? ਨਹੀਂ, ਬਿਲਕੁਲ ਨਹੀਂ। ਮੇਰੇ ਫਾਦਰ ਸਾਹਿਬ ਸ਼ਾਇਦ ਇੰਨੇ ਇੰਟਰਸਟਿਡ ਵੀ ਨਹੀਂ ਸੀ ਕਿ ਮੈਂ ਪੋਲੀਟੀਕਲ ਸਿਸਟਮ 'ਚ ਆਵਾਂ। ਤਾਂ ਇਹ ਜ਼ਰੂਰ ਸੀ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਦਾ ਕੰਮ ਦਿੱਲੀ 'ਚ ਦੇਖਿਆ, ਉੱਥੇ ਜੋ ਲੋਕਾਂ ਦਾ, ਕਿਉਂਕਿ ਬੀਇੰਗ ਏ ਡਾਕਟਰ ਅਸੀਂ ਥੋੜ੍ਹਾ ਹੈਲਥ ਪ੍ਰੋਫੈਸ਼ਨ ਵੱਲ ਹੀ ਜ਼ਿਆਦਾ ਧਿਆਨ ਕਰਦੇ ਹਾਂ,
ਤਾਂ ਉਹ ਸਿਸਟਮ ਦੇਖ ਕੇ ਲੱਗਦਾ ਸੀ ਵੀ ਸਾਡੇ ਲੋਕਾਂ ਨੂੰ ਵੀ ਇਹੋ ਜਿਹਾ ਕੁਝ ਮਿਲਣਾ ਚਾਹੀਦਾ। ਮਤਲਬ ਉਹਦੇ ਕੀਤੇ ਹੋਏ ਕੰਮਾਂ ਤੋਂ ਇੰਪ੍ਰੈਸ ਹੋ ਕੇ ਮੈਂ ਪਾਰਟੀ ਜੁਆਇਨ ਕਰ ਲਈ। 2017 'ਚ ਜਦੋਂ ਵੇਵ ਬਣੀ, ਉਦੋਂ ਬੜਾ ਰੁਝਾਨ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਜਿੱਤੇਗੀ, ਅਤੇ ਉਸ ਤੋਂ ਬਾਅਦ ਹੁਣ ਵੀ ਲੋਕਾਂ ਦੇ ਵਿੱਚ ਬੜੇ ਲੋਕਾਂ 'ਚ ਰੁਝਾਨ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਗੈਰ ਟ੍ਰੈਡੀਸ਼ਨਲ ਪਾਰਟੀਜ਼ ਤੋਂ ਆਏ ਹੋਏ ਬੰਦੇ ਨੇ ਜਾਂ ਮੈਂਬਰਸ ਨੇ, ਆਮ ਆਦਮੀ ਪਾਰਟੀ 'ਚੋਂ ਬਹੁਤ ਸਾਰੇ ਕੰਟੈਸਟੈਂਟ ਗਏ ਨੇ, ਰੂਬੀ ਹੁਣੀ ਤੁਹਾਡੀ ਪਾਰਟੀ 'ਚੋਂ ਹੁਣ ਤੁਹਾਡੇ ਅਗੇਂਸਟ ਨੇ, ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਨੇ, ਉਹ ਸਮੀਕਰਨ ਜਿਹੜੇ ਨੇ ਆਮ ਆਦਮੀ ਪਾਰਟੀ 'ਚੋਂ ਲੋਕਾਂ ਦਾ ਇੰਨਾ ਟੁੱਟ ਕੇ ਜਾਣਾ ਜਾਂ MPs ਦਾ, MLAs ਦਾ, ਉਹਦਾ ਕੀ ਵੱਡਾ ਕਾਰਨ ਰਹਿ ਸਕਦਾ? ਮੈਨੂੰ ਇਹ ਲੱਗਦਾ ਹੈ ਕਿ ਜਦੋਂ ਵੀ ਕੋਈ ਪਾਰਟੀ, ਨਵੀਂ ਪਾਰਟੀ ਖੜੀ ਹੁੰਦੀ ਹੈ, ਤਾਂ ਉਹਨੂੰ ਆਪਣੇ ਆਪ ਨੂੰ ਸਾਬਤ ਕਰਨ 'ਚ, ਆਪਦੀ ਕੈਪੇਬਿਲਿਟੀ ਦਿਖਾਉਣ 'ਚ ਥੋੜ੍ਹਾ ਟਾਈਮ ਜ਼ਰੂਰ ਲੱਗ ਜਾਂਦਾ ਹੈ। ਤਾਂ ਸ਼ੁਰੂ ਵਿੱਚ ਕਿਉਂਕਿ ਹੋ ਸਕਦਾ ਹੈ ਕਿ ਪੋਲੀਟੀਕਲ ਸਿਸਟਮ ਸਾਡਾ ਇੰਨਾ ਸਟਰੋਂਗ ਨਾ ਹੋਵੇ, ਤਾਂ ਬਹੁਤੇ ਲੋਕ ਜਿਹੜੇ ਆ ਉਹ ਸਾਡੇ ਸਿਸਟਮ ਤੋਂ ਸੈਟਿਸਫਾਈ ਨਹੀਂ ਹੋਏ ਹੋਣਗੇ, ਤਾਂ ਉਹ ਛੱਡ ਕੇ ਵੀ ਗਏ ਨੇ ਅਤੇ ਦੁਬਾਰਾ ਹੋਰ ਵੀ ਆਏ ਨੇ। ਮੈਨੂੰ ਲੱਗਦਾ ਕਿ ਬਾਕੀ ਪਾਰਟੀਆਂ ਵਿੱਚ ਵੀ ਇਹ ਸਭ ਕੁਛ ਚੱਲਦਾ ਹੀ ਰਹਿੰਦਾ ਹੈ। ਫਿਰ ਬਾਕੀ ਪਾਰਟੀਆਂ ਦਾ ਅਤੇ ਆਮ ਆਦਮੀ ਪਾਰਟੀ ਦਾ ਕੀ ਡਿਫਰੈਂਸ ਹੈ? ਕਿਉਂਕਿ ਉਹੀ ਭੰਨ ਤੋੜ ਉਮੀਦਵਾਰਾਂ ਦਾ, ਵਿਧਾਇਕਾਂ ਦਾ ਆਉਣਾ ਜਾਣਾ, ਉਹੀ ਆਮ ਆਦਮੀ ਪਾਰਟੀ ਉੱਥੇ ਹੀ ਖੜੀ ਹੈ ਜਿੱਥੇ ਟ੍ਰੈਡੀਸ਼ਨਲ ਪਾਰਟੀਆਂ ਖੜੀਆਂ ਸੀ। ਤੁਹਾਨੂੰ ਕੀ ਲੱਗਦਾ ਕਿ ਕੀ ਫਰਕ ਹੈ? ਹਾਂ, ਫਰਕ ਇਹ ਜ਼ਰੂਰ ਹੈ ਕਿ ਪੋਲੀਟੀਕਲ ਸਿਸਟਮ ਥੋੜ੍ਹਾ ਉਸੇ ਤਰ੍ਹਾਂ ਹੋ ਗਿਆ ਕਿ ਨਵੇਂ ਮੈਂਬਰ ਆ ਰਹੇ ਨੇ, ਜਾ ਰਹੇ ਨੇ, ਪਰ ਇੱਕ ਬੇਸਿਕ ਜੋ ਪੋਲਿਸੀਜ਼ ਲੈ ਕੇ ਚੱਲੀ ਸੀ ਆਮ ਆਦਮੀ ਪਾਰਟੀ, ਕਿ ਜੋ ਕੰਮ ਅਸੀਂ ਲੋਕਾਂ ਲਈ ਕਰਨੇ ਨੇ, ਉਹ ਬਾਕੀ ਪਾਰਟੀਆਂ ਨਾਲੋਂ ਬਿਲਕੁਲ ਅਲੱਗ ਰਿਹਾ। ਭਾਵੇਂ ਛੱਡ ਕੇ ਵੀ ਜਾ ਰਹੇ ਵਿਧਾਇਕ, ਪਰ ਉਹਨੇ ਆਪਣੀ ਜਿਹੜੀਆਂ ਪੋਲਿਸੀਜ਼ ਬਣਾਈਆਂ ਸੀ ਉਹਦੇ 'ਤੇ ਕਾਇਮ ਰਹੀ ਪਾਰਟੀ। ਮਤਲਬ ਉਹਨਾਂ 'ਚੋਂ ਕਿਹੜੀ ਪੋਲਿਸੀ ਹੈ ਜਿਹਨੇ ਡਾਕਟਰ ਬਲਜੀਤ ਨੂੰ ਸੋਚਿਆ ਕਿ ਮੈਂ ਆਮ ਆਦਮੀ ਪਾਰਟੀ ਹੀ ਐਜ਼ ਆ ਉਮੀਦਵਾਰ ਜੁਆਇਨ ਕਰਨੀ ਹੈ? ਬੀਇੰਗ ਏ ਡਾਕਟਰ, ਮੈਨੂੰ ਸਭ ਤੋਂ ਵਧੀਆ ਲੱਗਿਆ ਸੀ ਕਿ ਜਿਹੜੇ ਮੁਹੱਲਾ ਕਲੀਨਿਕਸ ਬਣਾਏ ਗਏ ਦਿੱਲੀ ਦੇ ਵਿੱਚ, ਅਤੇ ਜਿਹੜੇ ਸਕੂਲਾਂ ਦਾ ਪੱਧਰ ਇੰਨਾ ਉੱਚਾ ਚੱਕਿਆ ਗਿਆ, ਉਹਦੇ ਤੋਂ ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੋਈ ਸੀ। ਤਾਂ ਮੈਨੂੰ ਲੱਗਿਆ ਸੀ ਕਿ ਹੋਰ ਕੋਈ ਪਾਰਟੀ ਨੇ ਹਜੇ ਤੱਕ ਇੰਨਾ ਨਹੀਂ ਕੀਤਾ। ਤਾਂ ਉਸ ਚੀਜ਼ ਨੇ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਜਿਹੜਾ ਮਾਡਲ ਹੈ, ਜਾਂ ਪੰਜਾਬ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਉਹ ਦਿੱਲੀ ਨਾਲੋਂ ਬਹੁਤ ਵੱਖਰੀਆਂ ਨੇ? ਚਾਹੇ ਅਸੀਂ ਔਰਤਾਂ ਦੀ ਗੱਲ ਕਰ ਲਈਏ, ਵੀ 1000 ਰੁਪਇਆ ਉਹਨਾਂ ਨੇ ਕਿਹਾ ਕਿ ਇੱਥੇ ਔਰਤਾਂ ਨੂੰ ਦਿੱਤਾ ਜਾਏਗਾ, ਉਹ ਸੇਮ ਚੀਜ਼ਾਂ ਦਿੱਲੀ 'ਚ ਕਿਉਂ ਨਹੀਂ ਇੰਪਲੀਮੈਂਟ ਹੋਈਆਂ? ਇਸ ਤਰ੍ਹਾਂ ਹੁੰਦਾ ਮੈਮ ਕਿ ਕਈ ਵਾਰੀ ਅਸੀਂ ਇੱਕ ਜਗ੍ਹਾ 'ਤੇ, ਕਿਉਂਕਿ ਪਾਰਟੀ ਨਵੀਂ ਹੈ, ਤਾਂ ਪੋਲਿਸੀਜ਼ ਕਈ ਵਾਰੀ ਇੱਕ ਜਗ੍ਹਾ 'ਤੇ ਜਿਹੜੀਆਂ ਲਾਗੂ ਹੁੰਦੀਆਂ ਨੇ ਉਹ ਸ਼ਾਇਦ ਇੱਥੇ ਨਾ ਹੋਈਆਂ ਹੋਣ, ਤਾਂ ਜਦੋਂ ਦੂਜੀ ਸਟੇਟ ਤੋਂ ਸ਼ੁਰੂ ਕਰਦੇ, ਜੇ ਇੱਥੇ ਅਸੀਂ ਸਕਸੈਸਫੁਲ ਹੁੰਦੇ ਹਾਂ ਤਾਂ ਇਹ ਪੋਲਿਸੀ ਦਿੱਲੀ ਵਿੱਚ ਵੀ ਲਿਆਂਦੀ ਜਾਵੇਗੀ। ਮਤਲਬ ਐਕਸਪੈਰੀਮੈਂਟ। ਪਰ ਇੱਕ ਪਾਸੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਦਿੱਲੀ ਮਾਡਲ ਪੰਜਾਬ 'ਚ ਇੰਪਲੀਮੈਂਟ ਕਰ ਰਹੇ ਹਾਂ, ਬਿਕੋਜ਼ ਵੀ ਆਰ ਨਿਊ ਪੀਪਲ, ਨਵੇਂ ਬੰਦੇ ਹਾਂ ਅਸੀਂ। ਨਹੀਂ, ਪਰ ਉੱਥੇ ਅਸੀਂ ਕੰਟਰਾਡਿਕਟ ਕਰਦੇ ਹਾਂ ਕਿ ਅਸੀਂ ਪਹਿਲਾਂ ਪੰਜਾਬ 'ਚ ਅਪਲਾਈ ਕਰਕੇ ਵੇਖਾਂਗੇ, ਅਤੇ ਅਸੀਂ ਉਹ, ਜਦ ਕਿ ਪੰਜਾਬ ਦੇ ਲੋਕ ਜ਼ਿਆਦਾ ਐਲੀਜੀਬਲ, ਸਮਰੱਥ ਲੋਕ ਨੇ। ਹਾਂਜੀ ਮੈਮ, ਇਹ ਆਪਾਂ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਲੋਕ ਜ਼ਿਆਦਾ ਐਲੀਜੀਬਲ ਨੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਹਰ ਵਰਗ ਦੀ ਔਰਤ ਨੂੰ ਦੇਖੀਏ ਤਾਂ ਕਮ ਸੇ ਕਮ ਆਪਾਂ ਦੁੱਧ ਦੀ ਕੀਮਤ ਲਾ ਲਓ ਕਿ 50 ਰੁਪਏ ਕਿੱਲੋ ਹੈ, ਤਾਂ ਗਰੀਬ ਘਰ ਦੇ ਵਿੱਚ ਮਹੀਨੇ ਦਾ ਦੁੱਧ ਲਿਆਉਣਾ ਹੀ ਔਖਾ ਹੋ ਜਾਂਦਾ ਹੈ। ਅਤੇ ਅਗਰ ਇੱਕ ਔਰਤ ਨੂੰ ਆਪਾਂ ਇੰਨੇ ਕੁ ਪੈਸੇ ਦੇ ਦਾਂਗੇ, ਕਮ ਸੇ ਕਮ ਆਪਣੇ ਬੱਚਿਆਂ ਨੂੰ ਦੁੱਧ ਤਾਂ ਪਿਲਾ ਲਏਗੀ। ਹਰ ਵਰਗ ਦੀ ਔਰਤ ਨੂੰ ਦੇਖਣਾ ਚਾਹੀਦਾ। ਤੁਸੀਂ ਐਜ਼ ਅ ਡਾਕਟਰ ਇਸ ਚੀਜ਼ ਨਾਲ ਸਹਿਮਤ ਹੋ ਕਿ 1000 ਰੁਪਏ ਨਾਲ ਕੋਈ ਵੀ ਔਰਤ ਵੀ ਦੁੱਧ ਦੇ ਨਾਲ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਸਕਦੀ? ਨਹੀਂ, ਇਸ ਤਰ੍ਹਾਂ ਜ਼ਰੂਰਤਾਂ ਤਾਂ ਬਹੁਤ ਨੇ, ਪਰ ਮੈਂ ਇਹ ਕਹਾਂਗੀ ਕਿ ਇੱਕ ਬੇਸਿਕ ਨਸੈਸਿਟੀ ਆਪਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਭਾਵੇਂ ਦੁੱਧ ਹੈ, ਜਾਂ ਕੋਈ ਬੱਚੇ ਦੀ ਕਿਤਾਬ ਹੀ ਲੈਣੀ ਹੈ, ਜਾਂ ਕੋਈ ਘਰਾਂ 'ਚ ਪੋਚੇ ਮਾਰਦੀਆਂ ਔਰਤਾਂ, ਉਹਨਾਂ ਨੂੰ ਕੋਈ ਥੋੜ੍ਹਾ ਜਿਹਾ ਅਪਗ੍ਰੇਡ ਕਰ ਸਕਦੇ ਹਾਂ। ਤਾਂ ਇਹ ਜ਼ਰੂਰੀ ਨਹੀਂ ਕਿ 1000 ਰੁਪਏ 'ਤੇ ਹੀ ਰਹੇਗਾ। ਅਗਰ ਲੱਗਦਾ ਹੈ ਕਿ ਅਸੀਂ ਕੁਛ ਵੱਧ ਕਰ ਸਕਦੇ ਹਾਂ ਤਾਂ ਵੱਧ ਵੀ ਕੀਤਾ ਜਾਵੇਗਾ। ਪਰ ਤੁਸੀਂ ਬੜੇ ਪੜ੍ਹੇ ਲਿਖੇ ਹੋ, ਡਾਕਟਰ ਹੋ, ਸੋਸ਼ਲ ਵਰਕ ਤੁਹਾਡਾ ਇੰਨਾ ਜ਼ਿਆਦਾ ਹੈ, ਤੁਸੀਂ ਮਤਲਬ ਹਿਊਮੈਨਿਟੀ ਲਈ, ਮਾਨਵਤਾ ਲਈ ਕੰਮ ਕੀਤਾ ਹੈ। ਔਰਤਾਂ ਨੂੰ ਸਮਰੱਥ ਬਣਾਉਣਾ ਜਾਂ ਔਰਤਾਂ ਲਈ ਕੁਝ ਇਹੋ ਜਿਹਾ ਕਰਨਾ ਜੋ ਬੇਸਿਕਲੀ ਉਹਨਾਂ ਨੂੰ ਸੈਲਫ ਸਫੀਸ਼ੀਐਂਟ ਕਰੇ, ਉਹਨਾਂ ਨੂੰ ਅਸੀਂ ਇੰਨਾ ਆਪਣੇ ਆਪ 'ਚ ਕਾਬਲ ਬਣਾ ਦਈਏ, ਕਿ ਇਹ ਪੋਲਿਸੀਜ਼ ਨਹੀਂ ਹੋਣੀਆਂ ਚਾਹੀਦੀਆਂ? ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਫ੍ਰੀ ਦਾ ਸਿਸਟਮ, ਚਾਹੇ ਉਹ ਆਟਾ ਦਾਲ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਫ੍ਰੀ ਬਿਜਲੀ, ਫ੍ਰੀ, ਅਗਲਾ ਕਹਿੰਦਾ ਮੈਂ ਫ੍ਰੀ ਆ ਕਰ ਦੇਵਾਂਗਾ,
ਇੱਕ ਕੰਪੀਟੀਸ਼ਨ ਲੱਗਿਆ ਹੋਇਆ ਸਾਰੀਆਂ ਪਾਰਟੀਆਂ 'ਚ ਵੀ ਵੱਧ ਤੋਂ ਵੱਧ ਫ੍ਰੀ ਕੌਣ ਦਿੰਦਾ ਹੈ। ਤੇ ਤੁਹਾਨੂੰ ਨਹੀਂ ਲੱਗਦਾ ਅਸੀਂ ਆਪਣੀ ਜਿਹੜੀ ਜਨਰੇਸ਼ਨ ਹੈ ਉਹਨੂੰ ਹੈਂਡੀਕੈਪਟ ਕਰ ਰਹੇ ਆ ਇਹਨਾਂ ਚੀਜ਼ਾਂ ਦੇ ਨਾਲ? ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਫ੍ਰੀ ਦਾ ਕਨਸੈਪਟ ਲਿਆਉਂਦੇ ਆ ਤਾਂ ਉਹਦੇ ਵਿੱਚ ਇੱਕ ਸਾਇੰਟੀਫਿਕ ਸੋਚ ਵੀ ਹੋਣੀ ਚਾਹੀਦੀ ਹੈ। ਜਿਵੇਂ ਆਪਾਂ 300 ਯੂਨਿਟ ਬਿਜਲੀ ਫ੍ਰੀ ਦੀ ਗੱਲ ਕਰਦੇ ਆ, ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਬਿਜਲੀ ਚੋਰੀ ਕਰਦੇ ਨੇ ਤਾਂ ਉਹਨਾਂ ਨੂੰ ਅਗਰ ਆਪਾਂ 300 ਯੂਨਿਟ ਬਿਜਲੀ ਫ੍ਰੀ ਦਿੰਦੇ ਆ ਤਾਂ ਕਮ ਸੇ ਕਮ ਉਹ ਮੀਟਰ ਤਾਂ ਲਗਵਾ ਲੈਣਗੇ। ਤਾਂ ਉਸ ਤੋਂ ਬਾਅਦ ਉਹ ਬੱਚਤ ਵੀ ਕਰਨਗੇ ਕਿ ਅਸੀਂ ਇੰਨੀ ਕੁ ਹੀ ਬਿਜਲੀ ਯੂਜ਼ ਕਰਨੀ ਹੈ। ਤਾਂ ਹਰ ਚੀਜ਼ ਦੇ ਪਿੱਛੇ ਸਾਇੰਟੀਫਿਕ ਲੌਜਿਕ ਲੈ ਕੇ ਚੱਲਣਾ ਚਾਹੀਦਾ ਮੇਰੇ ਖਿਆਲ ਵਿੱਚ। ਵੀ ਇੱਕ ਕਿਸਮ ਦੀ ਉਹਨਾਂ ਨੂੰ ਛੋਟੀ ਰਿਸ਼ਵਤ ਹੈ ਕਿ ਤੁਸੀਂ ਵੀ ਇਸੇ ਬਹਾਨੇ ਨਾਲ ਵੀ ਚਲੋ ਲਾਲਚ ਦੇ ਕੇ ਕਿਸੇ ਉਹਨਾਂ ਨੂੰ ਮੇਰਾ ਮਤਲਬ ਇਹ ਹੈ ਕਿ ਉਹਨੂੰ ਆਪਾਂ ਸਿਸਟਮ ਨੂੰ ਸਟ੍ਰੀਮਲਾਈਨ ਕਰਨ ਲਈ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਪੋਲਿਸੀਜ਼ ਹੋਣੀਆਂ ਚਾਹੀਦੀਆਂ ਤਾਂ ਕਿ ਆਪਾਂ ਡਿਸਿਪਲਿਨ 'ਚ ਰਹਿਣਾ ਸਿੱਖ ਲਈਏ। ਬਹੁਤ ਘੱਟ ਪੰਜਾਬੀਆਂ ਦੀ ਕੈਬਨਿਟ ਦੇ ਵਿੱਚ ਉੱਥੇ ਸ਼ਮੂਲੀਅਤ ਹੈ ਦਿੱਲੀ ਗਵਰਨਮੈਂਟ ਦੇ ਵਿੱਚ। ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਵੀ ਬਹੁਤ ਸਾਰੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਬਣਾਉਣ 'ਚ ਇੱਕ ਵੱਡੀ ਹਿੱਸੇਦਾਰੀ ਕੀਤੀ ਅਤੇ ਉਹਨਾਂ ਨੂੰ ਉਹੋ ਜਿਹੀ ਰਿਪਰੈਜ਼ੈਂਟੇਸ਼ਨ ਮਿਨਿਸਟਰੀ 'ਚ ਕਿਉਂ ਨਹੀਂ ਦਿੱਤੀ ਗਈ? ਹੋ ਸਕਦਾ ਮੈਮ ਕਿ ਆਪਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਖਟਕਦੀ ਹੋਵੇ, ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਸਲੀ ਜਿਹੜਾ ਰੈਵੋਲੂਸ਼ਨ ਹੈ ਇਹ ਹੁਣ ਸ਼ੁਰੂ ਹੋਇਆ, ਕਿਉਂਕਿ ਬਹੁਤ ਸਾਰੇ ਲੋਕ ਬਹੁਤ ਦਿਲੋਂ ਜਿਹੜੀ ਲੋਕਾਂ ਦੀ ਆਵਾਜ਼ ਹੈ ਆਮ ਆਦਮੀ ਪਾਰਟੀ ਲਈ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਜੋ ਹੁਣ ਥੋੜ੍ਹੀ ਦੇਰ ਵਿੱਚ ਨਿਕਲ ਕੇ ਰਿਜ਼ਲਟ ਸਾਹਮਣੇ ਆਉਣਗੇ ਤਾਂ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਹਾਇਰ ਲੈਵਲ ਤੱਕ ਜਾਣਗੇ। ਐਜ਼ ਅ ਔਰਤ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਇੱਕ ਚੀਜ਼ ਪੰਜਾਬ 'ਚ ਤੁਸੀਂ ਬਦਲਾਵ, ਕਿਉਂਕਿ ਮੈਂ ਇਸ ਕਰਕੇ ਤੁਹਾਨੂੰ ਇਹ ਸਵਾਲ ਕਰ ਰਹੀ ਹਾਂ ਕਿ ਤੁਹਾਡੇ 'ਚ ਲੀਡਰਾਂ ਵਾਲੇ ਕੋਈ ਗੱਲ ਨਹੀਂ, ਤੁਸੀਂ ਬੜੇ ਸਾਥ ਮੁਰਾਦੇ ਹੋ ਔਰ ਆਪਣੀ ਸਮਰੱਥਾ ਆਪਣੇ ਪ੍ਰੋਫੈਸ਼ਨ ਨੂੰ ਗਵਰਨਮੈਂਟ ਜੋਬ ਨੂੰ ਦਾਅ 'ਤੇ ਲਾ ਕੇ ਤੁਸੀਂ ਇੱਧਰ ਆਏ ਹੋ। ਜਦੋਂ ਇੱਕ ਔਰਤ ਆਉਂਦੀ ਹੈ ਅਤੇ ਬਾਕੀ ਦੀਆਂ ਔਰਤਾਂ ਜਿਹੜੀਆਂ ਉਹਨੂੰ ਦੇਖ ਰਹੀਆਂ ਨੇ, ਉਹਨੂੰ ਸੁਣ ਰਹੀਆਂ ਨੇ, ਜੋ ਸੋਚਦੀਆਂ ਨੇ ਸਾਡੀ ਨੁਮਾਇੰਦਗੀ ਕਰ ਰਹੇ ਨੇ, ਉਹ ਤੁਹਾਡੇ ਤੋਂ ਕੀ ਤਵੱਕੋ ਰੱਖਣ ਅਤੇ ਤੁਸੀਂ ਕੀ ਕਰੋਗੇ ਉਹਨਾਂ ਲਈ? ਇੱਕ ਚੀਜ਼ ਜਿਹੜੀ ਪੰਜਾਬ ਦੀਆਂ ਔਰਤਾਂ ਲਈ ਤੁਸੀਂ ਕਰਨਾ ਚਾਹੁੰਦੇ ਹੋ? ਹਾਂ ਬਿਲਕੁਲ, ਮੈਂ ਬੀਇੰਗ ਏ ਡਾਕਟਰ ਐਂਡ ਬੀਇੰਗ ਏ ਫੀਮੇਲ, ਮੇਰੀ ਇਹ ਤਮੰਨਾ ਹੈ ਕਿ ਮੈਂ ਅਗਰ ਮੈਨੂੰ ਮੌਕਾ ਮਿਲਦਾ ਤਾਂ ਮੈਂ ਸਭ ਤੋਂ ਪਹਿਲਾਂ ਬੱਚੀਆਂ ਵੱਲ ਹੀ ਧਿਆਨ ਦੇਵਾਂ ਕਿ ਬੱਚੀਆਂ ਦੀ ਐਜੂਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਚਾਹੇ ਉਹ ਗਰੀਬ ਘਰ ਦੀ ਹੈ ਜਾਂ ਕਿਸੇ ਵੀ ਘਰ ਦੀ ਬੱਚੀ ਹੈ, ਮਤਲਬ ਐਜੂਕੇਸ਼ਨ ਉਹਦੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਔਰ ਉਹ ਵੀ ਹਾਇਰ ਲੈਵਲ ਤੱਕ। ਅਤੇ ਉਹਨੂੰ ਜਿਹੜਾ ਮਤਲਬ ਇਸ ਲੈਵਲ ਤੱਕ ਪਹੁੰਚਾਉਣ ਲਈ ਗਵਰਨਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਹਰ ਤਰ੍ਹਾਂ ਨਾਲ। ਜਦੋਂ ਅਸੀਂ ਔਰਤਾਂ ਦੀ ਨੁਮਾਇੰਦਗੀ ਦੀ ਗੱਲ ਕਰਦੇ ਹਾਂ ਅਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਸੋਚ ਕੇ ਆਮ ਆਦਮੀ ਪਾਰਟੀ ਨਾਲ ਜਾਂ ਕਿਸੇ ਵੀ ਪਾਰਟੀ ਨਾਲ ਜੁੜਦੇ ਹੋ ਅਤੇ ਜਦੋਂ ਕੋਈ ਪਾਰਟੀ ਜਿੱਤਦੀ ਹੈ ਉਨੀ ਹੁੰਦੀ ਹੈ ਕਿ ਤੁਹਾਡਾ ਕਿਆ ਹੋਇਆ ਉਹਨਾਂ ਨੂੰ ਸਮਝ ਆਉਂਦਾ? ਕਿਉਂਕਿ ਬਹੁਤ ਸਾਰੇ ਵਿਧਾਇਕਾਂ ਨਾਲ ਮੇਰੀ ਗੱਲ ਹੋਈ ਅਤੇ ਉਹ ਕਹਿੰਦੇ ਸਾਡੀ ਗੱਲ ਹੀ ਨਹੀਂ ਉਹਨਾਂ ਨੂੰ ਸਮਝ ਆ ਰਹੀ ਸੀਗੀ, ਇਸ ਕਰਕੇ ਉਹਨਾਂ ਨੇ ਸਾਨੂੰ ਬਾਗੀ ਕਰਾਰ ਦੇ ਦਿੱਤਾ। ਮਤਲਬ ਤੁਸੀਂ ਕਿਉਂਕਿ ਜੁਆਇਨ ਕੀਤਾ ਹੈ ਅਤੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਵੀ ਇਹ ਮਤਲਬ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਵਿਧਾਇਕ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਨੇ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ, ਪਰ ਇੱਕ ਪਾਵਰ ਸਾਡੇ ਕੋਲ ਵੀ ਹੁੰਦੀ ਹੈ, ਕੁਛ ਪਾਵਰ ਤਾਂ ਸਾਡੇ ਕੋਲ ਵੀ ਹੋਏਗੀ ਨਾ, ਜਿਸ ਨਾਲ ਕਿ ਅਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਸਕਾਂਗੇ। ਤਾਂ ਪਹਿਲਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵਿਧਾਇਕ ਦੀ ਕਿ ਉਹ ਆਪਣੀ ਜਿਹੜੀ ਲਿਮਿਟਿਡ ਪਾਵਰ ਹੈ ਉਹਦੇ ਨਾਲ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੇ, ਆਪਣੀ ਜਿਹੜੀ ਸਮਰੱਥਾ ਉਹ ਦਿਖਾਵੇ। ਤਾਂ ਮੈਨੂੰ ਲੱਗਦਾ ਨਹੀਂ ਕਿ ਉਸ ਤੋਂ ਬਾਅਦ ਕੋਈ ਸ਼ੱਕ ਰਹਿ ਜਾਂਦਾ ਕਿ ਤੁਹਾਡੀ ਗੱਲ ਨਾ ਸੁਣੀ ਜਾਵੇ। ਫਿਰ ਉਹ ਨੁਮਾਇੰਦੇ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਦੀ ਆਵਾਜ਼ ਬਣ ਜਾਂਦੀ ਹੈ, ਫਿਰ ਲੋਕ ਆਪਣੇ ਆਪ ਬੋਲਦੇ ਨੇ। ਨਹੀਂ, ਪਰ ਬਹੁਤ ਵਾਰ ਇਹ ਹੁੰਦਾ ਕਿ ਵਿਧਾਇਕ ਜਿੱਤ ਵੀ ਜਾਂਦਾ ਹੈ ਪਰ ਸਰਕਾਰ 'ਚ ਉਹਦੀ ਸੁਣੀ ਨਹੀਂ ਜਾਂਦੀ। ਉਹਨਾਂ ਦੇ ਲੋਕ ਉਹ ਕਹਿੰਦੇ ਜੀ ਜੋ ਸੋਚ ਕੇ ਮੈਂ ਆਇਆ ਸੀਗਾ ਉਸ ਨੁਮਾਇੰਦਗੀ ਨਾਲ ਕੰਮ ਨਹੀਂ ਹੁੰਦੇ ਤਾਂ ਕੀ ਪਾਰਟੀਆਂ ਛੱਡ ਕੇ ਜਾਣਾ ਇੱਕ ਮਤਲਬ ਇੱਕ ਬਦਲ? ਮੇਰੇ ਖਿਆਲ 'ਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਾਰਟੀ ਜਿਸ ਮਿਸ਼ਨ ਨੂੰ ਅਸੀਂ ਲੈ ਕੇ ਪਾਰਟੀਆਂ ਚੁਣਦੇ ਹਾਂ, ਪਾਰਟੀ ਨਾਲ ਜੁੜੇ ਰਹਿਣਾ ਚਾਹੀਦਾ। ਬਾਕੀ ਕਈ ਵਾਰੀ ਇਹ ਲੱਗਦਾ ਜ਼ਰੂਰ ਹੁੰਦਾ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ, ਪਰ ਉਹਨੂੰ ਸੁਣਾਉਣ ਲਈ ਐਫਰਟਸ ਕਰਨੀਆਂ ਚਾਹੀਦੀਆਂ, ਬਾਰ-ਬਾਰ ਕਰਨੀਆਂ ਚਾਹੀਦੀਆਂ, ਕਿਉਂਕਿ ਜਦੋਂ ਅਸੀਂ ਲੋਕਾਂ ਲਈ ਕੰਮ ਕਰਨ ਆਏ ਹਾਂ,
ਤਾਂ ਫਿਰ ਉਸ ਮਿਸ਼ਨ ਤੇ ਕਾਇਮ ਰਹਿਣਾ ਚਾਹੀਦਾ। ਆਪਣੇ ਨਿੱਜੀ ਹਿੱਤਾਂ ਨੂੰ ਰੱਖ ਕੇ ਆਪਾਂ ਨਹੀਂ ਕਹਿ ਸਕਦੇ ਕਿ ਸਾਡੀ ਗੱਲ ਨਹੀਂ ਸੁਣੀ ਗਈ। ਪੰਜਾਬ ਦੇ ਵਿੱਚ ਬੜਾ ਰੁਝਾਨ ਰਿਹਾ ਹੈ ਸ਼ੋਅ ਆਫ ਦਾ, ਕਿ ਲੀਡਰ ਬਹੁਤ ਸਾਰੀਆਂ ਗੱਡੀਆਂ ਦੇ ਨਾਲ ਚੱਲਦੇ ਨੇ, ਲੀਡਰ ਬਹੁਤ ਵਧੀਆ ਬੋਲਦੇ ਨੇ, ਲੀਡਰ ਬੜਾ ਦਮਦਾਰ ਹੋਣਾ ਚਾਹੀਦਾ ਹੈ। ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਜਾਂ ਬਹੁਤ ਸਾਰੀਆਂ ਕੁੜੀਆਂ ਜਾਂ ਮੁੰਡੇ ਜਿਹੜੇ ਨੇ ਉਹ ਬਿਲਕੁਲ ਮਾਪਦੰਡ ਤੋਂ ਵੱਖਰਾ ਲੱਗਦੇ ਨੇ। ਇਹ ਕਲਚਰ ਨਹੀਂ ਰਿਹਾ ਸਾਡੇ ਪੰਜਾਬ ਦਾ, ਇਹ ਨਵਾਂ ਕਲਚਰ ਸ਼ੁਰੂ ਹੋਇਆ। ਤੁਸੀਂ ਜਦੋਂ ਵੇਖਦੇ ਹੋ ਵੀ ਲੋਕ ਤੁਹਾਡੇ ਨਾਲ ਮਿਲਦੇ ਨੇ ਅਤੇ ਤੁਹਾਨੂੰ ਕਿਸ ਰੂਪ 'ਚ ਲੈਂਦੇ ਨੇ, ਜਾਂ ਉਹਨਾਂ ਦੀਆਂ ਐਕਸਪੈਕਟੇਸ਼ਨਸ ਉਹਨਾਂ ਲੀਡਰਸ ਨਾਲੋਂ ਤੁਹਾਨੂੰ ਕਿਵੇਂ ਵੱਖਰਾ ਮੰਨਦੇ? ਹਾਂਜੀ, ਇਹ ਤੁਸੀਂ ਬਹੁਤ ਵਧੀਆ ਇੰਟਰਸਟਿੰਗ ਕੁਐਸਚਨ ਪੁੱਛਿਆ ਨਾ, ਕਿ ਜਦੋਂ ਮੈਂ ਜਾ ਕੇ ਲੋਕਾਂ 'ਚ ਬੋਲਦੀ ਸੀ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਮੈਂ ਬਹੁਤ ਹੌਲੀ ਬੋਲਦੀ ਹਾਂ। ਮਤਲਬ ਲੀਡਰ ਤਾਂ ਜ਼ੋਰ ਦੀ ਮਤਲਬ ਬੋਲਦੇ ਨੇ, ਅਤੇ ਪਰ ਮੈਨੂੰ ਲੱਗਦਾ ਹੌਲੀ ਹੌਲੀ ਲੋਕ ਮੈਨੂੰ ਸਮਝ ਲੈਣਗੇ। ਵੀ ਹੌਲੀ ਬੋਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੀਡਰਾਂ ਤੱਕ ਮਤਲਬ ਲੀਡਰ ਜਿਹੜੇ ਉਹ ਲੋਕਾਂ ਤੱਕ ਆਪਣਾ ਮੈਸੇਜ ਨਹੀਂ ਲਾ ਸਕਣਗੇ। ਉਹਨਾਂ ਨੂੰ ਐਕਸੈਪਟ ਕਰਨਾ ਪਏਗਾ ਲੋਕਾਂ ਨੂੰ, ਕਿਉਂਕਿ ਹੁਣ ਜਨਰੇਸ਼ਨ ਵੀ ਬਦਲ ਰਹੀ ਹੈ, ਪੜ੍ਹੇ ਲਿਖੇ ਲੋਕ ਆ ਰਹੇ ਨੇ। ਤਾਂ ਇਹ ਜ਼ਰੂਰੀ ਨਹੀਂ ਕਿ ਅਸੀਂ ਵੱਡੇ ਉੱਚੇ ਜਿਹੜੇ ਆਵਾਜ਼ 'ਚ ਭਾਸ਼ਣ ਦੇ ਕੇ ਲੋਕਾਂ ਤੱਕ ਪਹੁੰਚ ਪਾਵਾਂਗੇ। ਲੋਕ ਸਾਡੀ ਗੱਲ ਸਮਝ ਲੈਣਗੇ। ਬੜਾ ਵੱਡਾ ਕੰਮ ਤੁਹਾਡਾ ਰਿਹਾ ਮੁਰਦਿਆਂ ਨੂੰ ਅੱਖਾਂ ਉਹਨਾਂ ਦੀਆਂ, ਡੈਡ ਬੋਡੀਜ਼ ਦੀਆਂ, ਆਮ ਲੋਕਾਂ ਦੀਆਂ। ਕੋਈ ਇਹੋ ਜਿਹਾ ਇੰਸੀਡੈਂਟ ਜਿਹਦੇ ਵਿੱਚ ਤੁਹਾਨੂੰ ਵੀ ਅੱਜ ਵੀ ਤੁਸੀਂ ਭਾਵੁਕ ਹੋ ਜਾਂਦੇ ਹੋ ਵੀ ਹੈ ਤੇ ਮੇਰੀ ਜ਼ਿੰਦਗੀ ਦਾ ਬਾ ਕਮਾਲ ਸੀਗਾ, ਕਿਸੇ ਦੀਆਂ ਅੱਖਾਂ ਮੁੜੀਆਂ ਹੋਣ? ਬਿਲਕੁਲ ਮੈਮ, ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰਾ ਪਹਿਲਾ ਪੇਸ਼ੈਂਟ ਸੀ ਜਿਹਨੂੰ ਮੈਂ ਅੱਖ ਪਵਾ ਕੇ ਦਿੱਤੀ ਸੀ, ਅਤੇ ਬਿਲਕੁਲ ਬਲਾਈਂਡ ਸੀ, 8 ਸਾਲ ਤੋਂ ਬੈਠਾ ਸੀ। ਅਤੇ ਉਹ ਜਦੋਂ ਮੈਂ ਉਹਦੇ ਕੋਰਨੀਆ ਟਰਾਂਸਪਲਾਂਟ ਕਰਵਾਇਆ ਤਾਂ ਉਹਨੂੰ ਦਿਖਣ ਲੱਗ ਗਿਆ, ਤਾਂ ਆਪ ਚੱਲ ਕੇ ਆਇਆ ਮੇਰੇ ਕੋਲ। ਅਤੇ ਉਸ ਤੋਂ ਬਾਅਦ ਉਹ ਬਹੁਤ ਦੇਰ ਆਉਂਦਾ ਰਿਹਾ, ਅਤੇ ਹੋਰ ਵੀ ਪੇਸ਼ੈਂਟ ਲੈ ਕੇ ਆਉਂਦਾ ਹੁੰਦਾ ਸੀ। ਮਤਲਬ ਇੱਕ ਬਿਲਕੁਲ ਡਿਪੈਂਡੈਂਟ ਪੋਜੀਸ਼ਨ ਤੋਂ ਚੱਲ ਕੇ ਉਹ ਬੰਦਾ ਸੈਲਫ ਸਫੀਸ਼ੀਐਂਟ ਹੋ ਗਿਆ। ਤਾਂ ਉਹ ਮੈਨੂੰ ਬਾਰ-ਬਾਰ ਯਾਦ ਆਉਂਦਾ ਪੇਸ਼ੈਂਟ, ਆਪਣਾ ਪਹਿਲਾ ਪੇਸ਼ੈਂਟ ਜਿਹਦੀ ਅੱਖ ਪਵਾਈ ਸੀ ਮੈਂ। ਤੁਹਾਨੂੰ ਕੀ ਕਿਹਾ ਉਹਨੇ ਪਹਿਲੀ ਵਾਰੀ ਦੇਖ ਕੇ? ਉਹਨੇ ਐਕਚੁਅਲੀ ਉਹ ਮੈਨੂੰ ਉਦੋਂ ਵੀ ਭੈਣ ਜੀ ਕਹਿੰਦਾ ਹੁੰਦਾ ਸੀ, ਤਾਂ ਦੂਰੋਂ ਹੀ ਆਵਾਜ਼ ਮਾਰਦਾ ਹੁੰਦਾ ਸੀ। ਅਤੇ ਜਦੋਂ ਅੱਖ ਪਾ ਕੇ ਅਤੇ ਮੈਨੂੰ ਮਿਲਣ ਆਉਂਦਾ ਤਾਂ ਬਾਹਰ 'ਚ ਹੀ ਖੜ੍ਹ ਕੇ ਉਹਨੇ ਮੈਨੂੰ OPD ਦੇ ਦਰਵਾਜ਼ੇ 'ਤੇ ਖੜ੍ਹ ਕੇ ਆਵਾਜ਼ ਮਾਰੀ ਸੀ, ਭੈਣ ਜੀ ਮੈਂ ਆ ਗਿਆ, ਬਲਕਾਰ ਸਿੰਘ। ਮੈਨੂੰ ਬਾਰ-ਬਾਰ ਯਾਦ ਆਉਂਦਾ। ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਕਿੰਨਾ ਕੁ ਮਤਲਬ ਮਦਦ ਕਰ ਰਹੇ ਨੇ, ਜਾਂ ਤੁਹਾਡੀ ਫੈਮਿਲੀ? ਬਿਕੋਜ਼ ਔਰਤ ਲਈ ਇਹ ਕੰਮ ਬਿਨਾਂ ਫੈਮਿਲੀ ਤੋਂ ਬਹੁਤ ਔਖਾ ਹੈ। ਕਿੰਨੀ ਕੁ ਸਪੋਰਟ ਹੈ ਤੁਹਾਨੂੰ ਫੈਮਿਲੀ ਦੀ? ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਗਾਈਡ ਕਰ ਰਹੇ ਨੇ ਮੈਨੂੰ ਕਾਫੀ ਕੁਛ। ਮੇਰੇ ਮਦਰ ਨੂੰ ਪ੍ਰੋਬਲਮ ਆ ਗਈ ਸੀ, ਬੈੱਡ ਰਿਡਨ ਨੇ, ਉਹ ਹੁਣ ਫੀਲਡ ਦੇ ਵਿੱਚ ਤਾਂ ਕੱਲ੍ਹ ਤੋਂ ਆਉਣਗੇ। ਬਾਕੀ ਮੇਰੇ ਫਾਦਰ ਇਨ ਲਾ, ਮੇਰੇ ਮਦਰ ਇਨ ਲਾ, ਉਹ ਵੀ ਮੇਰੇ ਨਾਲ ਲੱਗੇ ਹੋਏ ਨੇ। ਮੇਰੇ ਹਸਬੈਂਡ ਗੌਰਮੈਂਟ ਜੋਬ 'ਚ ਨੇ, ਇਸ ਲਈ ਉਹ ਇਸ ਸਿਸਟਮ ਦਾ ਹਿੱਸਾ ਤਾਂ ਨਹੀਂ ਬਣ ਸਕਦੇ, ਪਰ ਮੇਰੇ ਬੈਕ 'ਤੇ ਖੜ੍ਹੇ ਨੇ। ਕਿਉਂਕਿ ਬਿਲਕੁਲ ਨਵੀਂ ਦਿਸ਼ਾ ਅਤੇ ਨਵੀਂ ਤਰ੍ਹਾਂ ਦਾ ਸਟਰਗਲ ਹੈ। ਪਰ ਔਰਤਾਂ ਦਾ ਵੱਧ ਤੋਂ ਵੱਧ ਰਾਜਨੀਤੀ 'ਚ ਆਉਣਾ, ਮੈਨੂੰ ਲੱਗਦਾ ਕਿ ਇੱਕ ਸਿਸਟਮ ਨੂੰ ਬਦਲਣ ਦਾ ਇੱਕ ਵੱਡਾ ਕਾਰਨ ਬਣੇਗਾ। ਕਿ ਜਿਹੜੀ ਰਾਜਨੀਤੀ ਅਸੀਂ ਚਾਹੁੰਦੇ ਹਾਂ, ਮੈਨੂੰ ਲੱਗਦਾ ਸ਼ਾਇਦ ਔਰਤਾਂ ਦੀ ਸ਼ਮੂਲੀਅਤ ਦੇ ਨਾਲ ਉਹ ਜ਼ਿਆਦਾ ਬੈਟਰ ਵਿਜ਼ਨ ਕਰਦੀਆਂ ਨੇ। ਔਰ ਜਿਹੜੀ ਇੱਕ ਮਿੱਥ ਬਣੀ ਹੋਈ ਹੈ ਕਿ ਰਾਜਨੀਤੀ 'ਚ, ਮੇਰਾ ਇਹ ਮੰਨਣਾ ਹੈ ਵੀ ਔਰਤਾਂ ਦੇ ਆਉਣ ਨਾਲ ਤੁਹਾਨੂੰ ਲੱਗਦਾ ਕਿ ਰਾਜਨੀਤੀ 'ਚ ਜਿਹੜਾ ਬਹੁਤ ਕਰਪਸ਼ਨ ਹੈ, ਬਹੁਤ ਜ਼ਿਆਦਾ ਰੌਲਾ ਹੈ, ਉਹ ਖਤਮ ਹੋਏਗਾ? ਮੈਨੂੰ ਬਿਲਕੁਲ ਲੱਗ ਰਿਹਾ ਕਿ ਜਦੋਂ ਪੜ੍ਹੀਆਂ ਲਿਖੀਆਂ ਔਰਤਾਂ ਰਾਜਨੀਤੀ 'ਚ ਆਉਣਗੀਆਂ ਤਾਂ ਇੱਕ ਸੌਫਟ ਕਾਰਨਰ ਜ਼ਰੂਰ ਮਿਲ ਜਾਏਗਾ ਪੋਲੀਟੀਕਲ ਸਿਸਟਮ ਨੂੰ। ਤਾਂ ਜਿਸ ਤਰ੍ਹਾਂ ਦਾ ਪਿੱਛੇ ਕੈਰੀਅਰ ਰਹਿੰਦਾ, ਫੀਮੇਲ ਕੈਰੀਅਰ ਮੈਂ ਕਹਾਂਗੀ ਕਿ ਸਮਰਪਿਤ ਰਹਿੰਦੀਆਂ ਨੇ ਕਿਸੇ ਵੀ ਕੰਮ ਪ੍ਰਤੀ, ਤਾਂ ਉਹ ਇਸ ਸਿਸਟਮ ਨੂੰ ਵੀ ਬਦਲਣਗੀਆਂ। ਜਿਵੇਂ ਕਰਪਟ ਸਿਸਟਮ ਤੁਸੀਂ ਗੱਲ ਕੀਤੀ ਹੈ, ਤਾਂ ਜਿਵੇਂ ਉਹ ਕਿਉਂਕਿ ਔਰਤਾਂ ਜਿੱਥੇ ਵੀ ਦੇਖ ਲਓ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਤਾਂ ਉਹ ਇਸ ਸਿਸਟਮ ਨੂੰ ਵੀ ਚੇਂਜ ਓਵਰ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਗੀਆਂ। ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਸਰਕਾਰ ਨੇ ਜਦੋਂ ਚੰਨੀ ਜੀ ਨੂੰ ਲੈ ਕੇ ਆਏ ਹੈ ਮੁੱਖ ਮੰਤਰੀ ਦੇ ਤੌਰ 'ਤੇ, ਤਾਂ ਉਹ ਵੀ ਬੜੇ ਸਧਾਰਨ ਇਨਸਾਨ ਨੇ, ਮਤਲਬ ਉਹ ਰਿਪਰੈਜ਼ੈਂਟ ਕਰਦੇ ਨੇ ਆਪਣੇ ਆਪ ਨੂੰ ਆਮ ਆਦਮੀ, ਵੀ ਓਰੀਜਨਲ ਆਮ ਆਦਮੀ ਪਾਰਟੀ।
ਪਾਰਟੀਬਾਜ਼ੀ ਤੋਂ ਉੱਪਰ ਤੁਹਾਨੂੰ ਕੀ ਲੱਗਦਾ ਕਿ ਉਹੋ ਜਿਹਾ ਮੁੱਖ ਮੰਤਰੀ ਨਹੀਂ ਚਾਹੀਦਾ ਪੰਜਾਬ ਨੂੰ, ਜਾਂ ਉਹਦੇ ਤੋਂ ਬਿਹਤਰ ਅਸੀਂ ਕੀ ਵੇਖਦੇ ਹਾਂ? ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਂ ਇਹ ਗੱਲ ਕਰਾਂਗੀ ਕਿ ਮੁੱਖ ਮੰਤਰੀ ਨੂੰ ਸਿਰਫ ਸਧਾਰਨ ਹੋਣਾ ਹੀ ਕਾਫੀ ਨਹੀਂ ਹੁੰਦਾ, ਉਹਨੂੰ ਪ੍ਰੋਬਲਮਸ ਦੀ ਸਮਝ ਹੋਣੀ ਚਾਹੀਦੀ, ਸਿਸਟਮ ਦੀ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਕਿਸ ਤਰ੍ਹਾਂ ਸਾਰਾ ਜੋ ਸਮੱਸਿਆਵਾਂ ਨੇ, ਜੋ ਮੇਨ ਮੁੱਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਹੱਲ ਕਰਨਾ ਹੈ। ਸਧਾਰਨ ਹੋਣਾ ਵੈਸੇ ਤਾਂ ਬਹੁਤ ਵਧੀਆ ਗੱਲ ਹੈ ਸਧਾਰਨ ਹੋਣਾ, ਕਿਉਂਕਿ ਜਿੰਨਾ ਅਸੀਂ ਸਿੰਪਲਿਸਿਟੀ ਨਾਲ ਪੋਲੀਟੀਕਲ ਸਿਸਟਮ ਚਲਾਵਾਂਗੇ ਉਹਨਾਂ ਕਰਪਸ਼ਨ ਤੋਂ ਬਿਨਾਂ ਹੋਏਗਾ। ਪਰ ਉਸ ਤੋਂ ਬਿਨਾਂ ਵੀ ਬਹੁਤ ਸਾਰੇ ਜਿਹੜੇ ਅਸੀਂ ਕਹਿ ਲਾਂਗੇ ਕਿ ਗੁਣ ਹੋਣੇ ਚਾਹੀਦੇ ਨੇ ਜਿਹਦੇ ਨਾਲ ਇਸ ਸਿਸਟਮ ਨੂੰ ਚਲਾਇਆ ਜਾ ਸਕੇ। ਨਹੀਂ ਮੰਨਦੇ ਉਹਨਾਂ 'ਚ ਹੈਗੇ ਨਹੀਂ, ਉਹ ਹੋਣਗੇ ਆਪਣੇ ਆਪ 'ਚ ਕੈਪੇਬਲ ਹੋਣਗੇ, ਪਰ ਜਿਸ ਤਰ੍ਹਾਂ ਉਹਨਾਂ 'ਤੇ ਐਲੀਗੇਸ਼ਨ ਵੀ ਲਗਾਏ ਗਏ ਜਾਂ ਜੋ ਉਹਨਾਂ ਨੇ ਵਾਅਦੇ ਕੀਤੇ ਉਹ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਪੂਰਾ ਹੋਇਆ, ਤਾਂ ਫਿਰ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਹੈ ਉਹਦੇ 'ਤੇ ਲੋਕ ਵੀ ਥੋੜ੍ਹਾ ਸ਼ੱਕ ਕਰਦੇ ਨੇ। ਕਿਹੜੀ ਵਿਮਨ ਲੀਡਰ ਹੈ ਜਿਹਨੂੰ ਤੁਸੀਂ ਆਈਡਲਾਈਜ਼ ਕਰਦੇ ਹੋ, ਜੇ ਰਾਜਨੀਤੀ 'ਚ ਆਏ ਹੋ ਵੀ ਤੁਹਾਨੂੰ ਲੱਗਦਾ ਕਿ ਮੈਂ ਇਹਦੇ ਵਰਗੀ ਬਣਨਾ ਚਾਹੁੰਦੀ ਹਾਂ? ਜਾਂ ਨਹੀਂ, ਮੈਂ ਇਸ ਤਰ੍ਹਾਂ ਕਦੀ ਸੋਚ ਕੇ ਨਹੀਂ ਆਈ ਸੀ ਕਿ ਮੈਂ ਕਿਸੇ ਨੂੰ ਆਈਡਲ ਮੰਨ ਕੇ ਆਈ ਸੀ ਕਿ ਕਿਸੇ ਵੂਮਨ ਲੀਡਰ ਨੂੰ। ਬਾਕੀ ਇਹ ਜ਼ਰੂਰ ਹੈ ਕਿ ਜੋ ਔਰਤਾਂ ਨੇ ਅੱਛਾ ਕੰਮ ਕੀਤਾ ਹੁੰਦਾ ਉਹ ਚਾਹੇ ਕਿਸੇ ਵੀ ਫੀਲਡ 'ਚ ਹੋਣ, ਉਹਨਾਂ ਦਾ ਨਾਮ ਹਮੇਸ਼ਾ ਹੀ ਰਹਿੰਦਾ। ਔਰਤ ਵੋਟਰ ਜਿਹੜੀ ਤੁਹਾਡੇ ਇਲਾਕੇ ਦੀ, ਉਹ ਕਿੰਨੀ ਕੁ ਜੁੜ ਗਈ ਤੁਹਾਡੇ ਨਾਲ, ਤੁਹਾਡੇ ਆਉਣ ਨਾਲ? ਇਸ ਤਰ੍ਹਾਂ ਕੋਈ ਪ੍ਰੋਪਰ ਮੇਰੇ ਕੋਲ ਮੈਂ ਮਤਲਬ ਕਿ ਕਾਊਂਟ ਤਾਂ ਨਹੀਂ ਹੈ ਕਿ ਕਿੰਨੀ ਕੁ ਜੁੜ ਗਈ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਮੈਂ ਜਿੱਥੇ ਵੀ ਜਾਂਦੀ ਹਾਂ, ਕੈਂਪੇਨ ਕਰਨ ਜਾਂਦੀ ਹਾਂ, ਤਾਂ ਔਰਤਾਂ ਜਿਹੜੀਆਂ ਉਹ ਪਹਿਲਾਂ ਆ ਕੇ ਮੈਨੂੰ ਮਿਲਦੀਆਂ, ਕਿਉਂਕਿ ਉਹਦੇ 'ਚ ਮੇਰੇ ਪੇਸ਼ੈਂਟਸ ਵੀ ਖੜ੍ਹੇ ਹੁੰਦੇ ਨੇ, ਤਾਂ ਉਹ ਆ ਕੇ ਇੱਕ ਤਰ੍ਹਾਂ ਦਾ ਇਮੋਸ਼ਨਲ ਸੀਨ ਕ੍ਰੀਏਟ ਜ਼ਰੂਰ ਕਰਦੀਆਂ। ਮਤਲਬ ਔਰਤਾਂ ਨੂੰ ਲੱਗਦਾ ਕਿ ਮੈਂ ਉਹਨਾਂ ਵਰਗੀ ਹਾਂ ਜੋ ਆ ਗਈਆਂ, ਸ਼ਾਇਦ ਉਹਨਾਂ ਲਈ ਕੁਛ ਕਰਾਂਗੀ ਜ਼ਰੂਰ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ, ਔਰ ਬਹੁਤ ਸਾਰੀ ਤੁਹਾਡੇ ਨੂੰ ਬੈਸਟ ਵਿਸ਼ੇਸ। ਥੈਂਕ ਯੂ। ਜ਼ਿੰਦਗੀ ਦੀ ਰਾਹ ਦੇ ਉੱਤੇ ਆਪਣੇ ਇੱਕ ਨਵੇਂ ਸਫ਼ਰ 'ਤੇ ਡਾਕਟਰ ਬਲਜੀਤ ਕੌਰ, ਔਰ ਔਰਤਾਂ ਦਾ ਸਮਰਥਨ, ਔਰਤਾਂ ਦਾ ਸਾਥ ਔਰ ਔਰਤਾਂ ਦੀ ਵੋਟ ਇਸ ਵਾਰ ਬਹੁਤ ਮਾਇਨੇ ਰੱਖੇਗੀ ਇਸ ਇਲੈਕਸ਼ਨ ਦੇ ਵਿੱਚ। 101 ਵਿਦ ਸਤਿੰਦਰ ਸੱਤੀ ਨਵੇਂ ਐਪੀਸੋਡ ਦੇ ਨਾਲ ਫਿਰ ਹਾਜ਼ਰ ਹੁੰਦੇ ਹਾਂ, ਤਦ ਤੱਕ ਲਈ